ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ 11ਵੀਂ ਜਮਾਤ ਦਾ ਇੱਕ ਹੋਰ ਅਧਿਐਨ ਬਿੰਦੂ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਸਾਹਿਤ ਦੇ ਰੂਪਾਂ ਦੇ ਵਿੱਚੋਂ ਪੜ੍ਹਨ ਜਾ ਰਹੇ ਹਾਂ ਕਿੱਸਾ ਜੋ ਕਿ ਮੱਧਕਾਲ ਦਾ ਇੱਕ ਅਹਿਮ ਸਾਹਿਤ ਰੂਪ ਹੈ। ਮੱਧਕਾਲ ਦੇ ਵਿੱਚ ਬਹੁਤ ਸਾਰੇ ਕਿੱਸਿਆਂ ਦੀ ਰਚਨਾ ਕੀਤੀ ਗਈ। ਤਾਂ ਅਸੀਂ ਸਾਰਿਆਂ ਤੋਂ ਪਹਿਲਾਂ ਜਾਣਾਂਗੇ ਕਿੱਸਾ ਸ਼ਬਦ ਦੇ ਅਰਥ, ਫਿਰ ਅਸੀਂ ਕਿੱਸਾ ਨੂੰ ਸਾਹਿਤ ਰੂਪ ਦੇ ਵਿੱਚ ਪਰਿਭਾਸ਼ਿਤ ਕਰਾਂਗੇ ਅਤੇ ਉਹ ਕਿਹੜੇ ਤੱਤ ਹਨ ਜੋ ਕਿੱਸੇ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਉਂਦੇ ਹਨ। ਭਾਵ ਕਿੱਸੇ ਦੇ ਕਿੰਨੇ ਤੱਤ ਹੁੰਦੇ ਹਨ, ਕਿਹੜੇ ਕਿਹੜੇ ਹੁੰਦੇ ਹਨ, ਇੱਕ ਇੱਕ ਦੀ ਵਿਚਾਰ ਕਰਾਂਗੇ। ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਕਿੱਸਾ ਸ਼ਬਦ ਦੇ ਅਰਥ ਜਾਣਦੇ ਹਾਂ ਕਿ ਕੀ ਹੁੰਦੇ ਹੈ। ਕਿੱਸਾ ਹੈ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਜਿਸ ਦੇ ਅਰਥ ਹੁੰਦੇ ਹਨ ਕਥਾ, ਕਹਾਣੀ, ਆਖਿਆਨ ਜਾਂ ਬੀਤੀ ਹੋਈ ਘਟਨਾ। ਇਹ ਕਿੱਸੇ ਦੇ ਅਰਥ ਹਨ ਸ਼ਾਬਦਿਕ ਰੂਪ ਤੋਂ। ਵੈਸੇ ਇਹ ਫਾਰਸੀ ਦਾ ਜਿਹੜਾ ਮਸਨਵੀ ਕਾਵਿ ਰੂਪ ਹੈ ਉਸ ਦੇ ਬਹੁਤ ਜ਼ਿਆਦਾ ਨੇੜੇ ਹੈ ਅਤੇ ਮਸਨਵੀ ਹੈ ਜਿਹੜੀ ਉਹ ਦੋ ਪ੍ਰਕਾਰ ਦੇ ਨਾਲ ਲਿਖੀ ਜਾਂਦੀ ਸੀਗੀ। ਉਹਦੇ ਦੋ ਭੇਦ ਸੀ ਅੱਗੇ, ਰਜ਼ਮੀਆਂ ਅਤੇ ਬਜ਼ਮੀਆਂ। ਫਾਰਸੀ ਦੇ ਵਿੱਚ ਮਸਨਵੀ ਹੈ ਜਿਹੜੀ ਉਹ ਗੱਦ ਦੇ ਵਿੱਚ ਲਿਖੀ ਜਾਂਦੀ ਸੀ, ਕਹਾਣੀ ਰੂਪ ਦੇ ਵਿੱਚ। ਪਰ ਕਿੱਸਾ ਹੈ ਜਿਹੜਾ ਉਹ ਕਾਵਿ ਰੂਪ ਦੇ ਵਿੱਚ ਹੈ, ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਜਾਂਦਾ ਹੈ। ਮਸਨਵੀ ਦੇ ਅੱਗੇ ਦੋ ਭਾਗ ਅਸੀਂ ਕੀਤੇ ਹੈ, ਰਜ਼ਮੀਆਂ ਅਤੇ ਬਜ਼ਮੀਆਂ। ਰਜ਼ਮੀਆਂ ਦੇ ਵਿੱਚ ਜੰਗਾਂ ਯੁੱਧਾਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਜਿਹੜਾ ਬਜ਼ਮੀਆਂ ਹੈ ਉਹਦੇ ਨਾਲ ਪ੍ਰੇਮ ਤੋਂ ਸੰਬੰਧਿਤ ਜਿਹੜੀਆਂ ਕਵਿਤਾਵਾਂ ਹੈ ਉਹ ਲਿਖੀਆਂ ਜਾਂਦੀਆਂ ਹਨ। ਤਾਂ ਜਿਹੜਾ ਪੰਜਾਬੀ ਕਿੱਸਾ ਹੈ ਉਹ ਮਸਨਵੀ ਦੇ ਬਜ਼ਮੀਆਂ ਦੇ ਜ਼ਿਆਦਾ ਨੇੜੇ ਹੈ। ਜੋ ਪੰਜਾਬੀ ਦੇ ਵਿੱਚ ਕਿੱਸਾ ਲਿਖਿਆ ਗਿਆ ਹੈ ਉਹ ਮਸਨਵੀ ਦੇ ਬਜ਼ਮੀਆਂ ਦੇ ਜ਼ਿਆਦਾ ਨੇੜੇ ਹੈ, ਕਿਉਂਕਿ ਇਸ ਦਾ ਸੰਬੰਧ ਪ੍ਰੇਮ ਕਵਿਤਾਵਾਂ ਦੇ ਨਾਲ ਸੰਬੰਧਿਤ ਹੈ ਅਤੇ ਪੰਜਾਬੀ ਜੋ ਕਿੱਸਾ ਹੈ ਉਸ ਦੇ ਵਿੱਚ ਪ੍ਰੇਮ ਪ੍ਰਧਾਨ ਕਿੱਸੇ ਹੀ ਜ਼ਿਆਦਾ ਪ੍ਰਸਿੱਧ ਹਨ। ਪ੍ਰੇਮ ਦੀ, ਪ੍ਰੀਤ ਦੀ ਗੱਲ ਜ਼ਿਆਦਾ ਕੀਤੀ ਗਈ ਹੈ। ਇਹ ਗੱਲ ਕੀਤੀ ਅਸੀਂ ਮਸਨਵੀ ਦੇ ਆਧਾਰ 'ਤੇ। ਅਤੇ ਹੁਣ ਅੱਗੇ ਅਸੀਂ ਪਰਿਭਾਸ਼ਿਤ ਕਰਦੇ ਹਾਂ ਇਸ ਨੂੰ। ਕਿੱਸਾ ਉਸ ਛੰਦਬੱਧ ਬਿਰਤਾਂਤਕ ਰਚਨਾ ਨੂੰ। ਬਿਰਤਾਂਤਕ ਦਾ ਮਤਲਬ ਜਿਹਦੇ ਵਿੱਚ ਕੋਈ ਬਿਰਤਾਂਤ ਹੁੰਦਾ ਹੈ, ਕਹਾਣੀ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਕਿ ਛੰਦਬੱਧ ਹੋਣੀ ਚਾਹੀਦੀ ਹੈ, ਭਾਵ ਕਿ ਉਹ ਕਿਸੇ ਛੰਦ ਦੇ ਵਿੱਚ ਲਿਖੀ ਗਈ ਰਚਨਾ ਹੋਵੇ। ਦੂਜੀ ਬਿਰਤਾਂਤਕ ਰਚਨਾ, ਭਾਵ ਉਸ ਦੇ ਵਿੱਚ ਕੋਈ ਬਿਰਤਾਂਤ ਹੋਵੇ, ਕਹਾਣੀ ਹੋਵੇ। ਕਿਹਾ ਜਾਂਦਾ ਹੈ ਜਿਸ ਵਿੱਚ ਕਥਾਨਕ ਦਾ ਸੰਬੰਧ ਕਾਹਦੇ ਨਾਲ ਹੋਵੇ? ਪ੍ਰੇਮ ਨਾਲ ਹੋਵੇ, ਰੋਮਾਂਸ ਨਾਲ ਹੋਵੇ, ਵੀਰਤਾ ਨਾਲ ਹੋਵੇ, ਭਗਤੀ, ਦੇਸ਼ ਪ੍ਰੇਮ, ਧਰਮ ਜਾਂ ਸਮਾਜ ਸੁਧਾਰ ਨਾਲ ਹੋਵੇ, ਉਸ ਨੂੰ ਅਸੀਂ ਕਿੱਸਾ ਕਹਿੰਦੇ ਹਾਂ। ਪਹਿਲੀ ਸ਼ਰਤ ਤਾਂ ਇਹ ਕਿ ਉਹ ਛੰਦਬੱਧ ਹੋਵੇ, ਭਾਵ ਕਿਸੇ ਛੰਦ ਦੇ ਵਿੱਚ ਲਿਖੀ ਗਈ ਹੋਵੇ। ਦੂਜੀ ਗੱਲ, ਬਿਰਤਾਂਤਕ ਰਚਨਾ ਹੋਵੇ, ਉਹਦੇ ਵਿੱਚ ਕੋਈ ਕਹਾਣੀ ਹੋਵੇ ਅਤੇ ਉਹ ਕਹਾਣੀ ਕਾਹਦੇ ਨਾਲ ਸੰਬੰਧਿਤ ਹੋ ਸਕਦੀ ਹੈ? ਉਸਦਾ ਕਥਾਨਕ ਹੈ ਜਿਹੜਾ ਵਿਸ਼ਾ ਵਸਤੂ ਹੈ ਉਸ ਦਾ ਸੰਬੰਧ ਪ੍ਰੇਮ, ਰੋਮਾਂਸ, ਵੀਰਤਾ, ਭਗਤੀ, ਦੇਸ਼ ਪ੍ਰੇਮ, ਧਰਮ ਜਾਂ ਸਮਾਜ ਸੁਧਾਰ ਦੇ ਨਾਲ ਹੋ ਸਕਦਾ ਹੈ। ਉਸ ਨੂੰ ਅਸੀਂ ਕਿੱਸਾ ਕਹਿੰਦੇ ਹਾਂ। ਪਰ ਪੰਜਾਬੀ ਦੇ ਵਿੱਚ ਜਿਹੜੇ ਕਿੱਸੇ ਲਿਖੇ ਗਏ ਹਨ ਉਹਨਾਂ ਦਾ ਜ਼ਿਆਦਾਤਰ ਸੰਬੰਧ ਪ੍ਰੇਮ ਜਾਂ ਰੋਮਾਂਸ ਦੇ ਨਾਲ ਹੀ ਹੈ, ਭਾਵ ਪ੍ਰੇਮ ਜਾਂ ਰੋਮਾਂਸ ਦੇ ਨਾਲ ਜਿਹੜੇ ਕਿੱਸੇ ਹਨ ਉਹ ਪ੍ਰਧਾਨ ਹਨ। ਹੋਰ ਵੀ ਲਿਖੇ ਗਏ ਹਨ ਪਰ ਪ੍ਰੇਮ ਜਾਂ ਰੋਮਾਂਸ ਦੇ ਨਾਲ ਜੋ ਕਿੱਸੇ ਲਿਖੇ ਗਏ ਹਨ ਉਹ ਪ੍ਰਧਾਨ। ਇਹ ਹੈ ਕਿੱਸਾ ਦੀ ਸਾਹਿਤਿਕ ਰੂਪ ਤੋਂ ਪਰਿਭਾਸ਼ਾ। ਹੁਣ ਅਸੀਂ ਗੱਲ ਕਰਦੇ ਹਾਂ ਕਿੱਸਿਆਂ ਦੀ ਵਰਗ ਵੰਡ ਦੀ। ਪਹਿਲੀ ਜਿਹੜੀ ਵੰਡ ਹੈ ਉਹ ਵਿਸ਼ਾ ਆਧਾਰਿਤ ਹੈ, ਭਾਵ ਉਹਨਾਂ ਦੇ ਵਿੱਚ ਕਿਸ ਪ੍ਰਕਾਰ ਦੇ ਵਿਸ਼ੇ ਲਏ ਗਏ ਹਨ। ਤਾਂ ਵਿਸ਼ੇ ਦੇ ਆਧਾਰ 'ਤੇ ਇਸ ਨੂੰ ਅਸੀਂ ਚਾਰ ਭਾਗਾਂ ਦੇ ਵਿੱਚ ਵੰਡਿਆ ਹੈ। ਪਹਿਲੇ ਜਿਹੜੇ ਪ੍ਰੀਤ ਕਿੱਸੇ ਹਨ, ਦੂਜੇ ਰੋਮਾਂਟਿਕ ਕਿੱਸੇ ਹਨ, ਤੀਜੇ ਸਦਾਚਾਰਕ ਕਿੱਸੇ ਹਨ ਅਤੇ ਚੌਥੇ ਹਨ ਵੀਰਤਾ ਪ੍ਰਧਾਨ ਕਿੱਸੇ। ਹੁਣ ਇਹਨਾਂ ਅਸੀਂ ਚਾਰਾਂ ਦੀ ਗੱਲ ਕਰਦੇ ਹਾਂ। ਪ੍ਰੀਤ ਕਿੱਸੇ ਕਿਹੜੇ ਹਨ? ਪ੍ਰੀਤ ਕਿੱਸੇ ਹਨ ਜਿਹੜੇ ਉਹਨਾਂ ਦੇ ਵਿੱਚ ਪ੍ਰੇਮ ਜਾਂ ਪ੍ਰੀਤ ਦੀ, ਇਸ਼ਕ ਦੀ ਪ੍ਰਧਾਨਤਾ ਹੈ, ਉਹਨਾਂ ਨੂੰ ਅਸੀਂ ਪ੍ਰੀਤ ਕਿੱਸੇ ਕਹਿੰਦੇ ਹਾਂ, ਪ੍ਰੇਮ ਕਿੱਸੇ ਕਹਿੰਦੇ ਹਾਂ। ਉਹਨਾਂ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਹਨ? ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਸ਼ੀਰੀ ਫਰਹਾਦ ਅਤੇ ਮਿਰਜ਼ਾ ਸਾਹਿਬਾ। ਇਹ ਜਿਹੜੇ ਕਿੱਸੇ ਹਨ ਇਹ ਪ੍ਰੀਤ ਕਿੱਸੇ ਗਿਣੇ ਜਾਂਦੇ ਹਨ। ਇਹਨਾਂ ਦੇ ਵਿੱਚ ਪ੍ਰੇਮ ਦੀ, ਇਸ਼ਕ ਦੀ ਪ੍ਰਧਾਨਤਾ ਹੈ। ਦੂਜੇ ਪ੍ਰਕਾਰ ਦੇ ਰੋਮਾਂਟਿਕ ਕਿੱਸੇ ਹਨ ਜਿਨ੍ਹਾਂ ਦੇ ਵਿੱਚ ਪਰਾਯਥਾਰਥਕ ਜਿਹੜੀ ਹੈ ਕਹਾਣੀਆਂ ਹੈਗੀਆਂ। ਪਰਾਯਥਾਰਥਕ ਯਾਨੀ ਕਿ ਪਰਾਯਥਾਰਥਕ ਦਾ ਮਤਲਬ ਹੈ ਯਥਾਰਥ ਤੋਂ ਜੋ ਪਰੇ ਹਨ। ਪਰਾਯਥਾਰਥ, ਯਥਾਰਥ ਤੋਂ ਪਰੇ
ਭਾਵ ਉਹਨਾਂ ਦੇ ਵਿੱਚ ਸੱਚ ਨਹੀਂ ਹੈ, ਉਹਨਾਂ ਦੇ ਵਿੱਚ ਪਰਾ ਸਰੀਰਕ ਸ਼ਕਤੀਆਂ ਹੈ ਜਿਹੜੀਆਂ ਉਹਨਾਂ ਨੂੰ ਪੇਸ਼ਕਾਰੀ ਕੀਤੀ ਗਈ ਹੈ ਉਹਨਾਂ ਦੀ। ਉਹ ਕਿਹੜੇ ਕਿਹੜੇ ਕਿੱਸੇ ਆ ਜਾਂਦੇ ਹਨ? ਨਲ ਦਮਯੰਤੀ ਦਾ ਹੈ, ਰੂਪ ਰਾਣੀ ਸ਼ਕੁੰਤਲਾ ਦਾ ਹੈ, ਸ਼ਾਹ ਬਹਿਰਾਮ ਦਾ ਹੈ ਤੇ ਸੈਫੁਲ ਮਲੂਕ ਦਾ ਹੈ। ਇਹ ਰੋਮਾਂਟਿਕ ਕਿੱਸੇ ਗਿਣੇ ਜਾਂਦੇ ਹਨ। ਤੀਜਾ ਸਾਡੇ ਕੋਲੇ ਵਰਗ ਹੈ ਸਦਾਚਾਰਕ ਕਿੱਸੇ। ਸਦਾਚਾਰ ਤੋਂ ਭਾਵ ਹੈ ਸਦ ਤੋਂ ਮਤਲਬ ਹੈ ਚੰਗਾ ਤੇ ਆਚਾਰ ਤੋਂ ਮਤਲਬ ਹੈ ਵਿਵਹਾਰ, ਭਾਵ ਚੰਗੇ ਆਚਰਣ ਨੂੰ ਜਿਹੜੇ ਪੇਸ਼ ਕਰਦੇ ਹਨ। ਜਿਵੇਂ ਸਾਡੇ ਕੋਲੇ ਪੂਰਨ ਭਗਤ ਦਾ ਕਿੱਸਾ ਹੈ। ਪੂਰਨ ਭਗਤ ਸਦਾਚਾਰ ਦਾ ਪ੍ਰਤੀਕ ਦਿਖਾਇਆ ਗਿਆ ਹੈ ਤੇ ਲੂਣਾ ਨੂੰ ਉਸ ਦੇ ਵਿੱਚ ਕਾਮੀ ਔਰਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਤਾਂ ਉੱਥੇ ਪੂਰਨ ਭਗਤ ਹੈ ਜਿਹੜਾ ਉਹ ਸਦਾਚਾਰ ਨੂੰ ਪੇਸ਼ ਕਰਦਾ ਹੈ। ਤਾਂ ਇਹੋ ਜਿਹੇ ਵੀ ਹੋਰ ਕਿੱਸੇ ਸਾਡੇ ਕੋਲ ਹਨ। ਰੂਪ ਬਸੰਤ ਦਾ ਹੈ, ਭਰਥਰੀ ਹਰੀ ਦਾ ਹੈ, ਗੋਪੀ ਚੰਦ ਹੈ। ਇਹ ਤੀਜਾ ਵਰਗ ਸਦਾਚਾਰਕ ਕਿੱਸਿਆਂ ਦਾ ਗਿਣਿਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਨਾਇਕ ਦੇ ਰਾਹੀਂ ਸਦਾਚਾਰ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਚੌਥੇ ਪ੍ਰਕਾਰ ਦੇ ਕਿੱਸੇ ਸਾਡੇ ਕੋਲੇ ਵੀਰਤਾ ਪ੍ਰਧਾਨ ਕਿੱਸੇ ਹਨ, ਜਿਨ੍ਹਾਂ ਦੇ ਵਿੱਚ ਵੀਰਤਾ, ਸੂਰਮ ਗਤੀ ਦਿਖਾਈ ਜਾਂਦੀ ਹੈ। ਤਾਂ ਇਹ ਕਿੱਸੇ ਕਿਹੜੇ ਕਿਹੜੇ ਹਨ? ਦੁੱਲਾ ਭੱਟੀ, ਜਿਉਣਾ ਮੋੜ, ਸੁੱਚਾ ਸੂਰਮਾ, ਰਾਜਾ ਰਸਾਲੂ। ਇਹ ਜਿਹੜੇ ਕਿੱਸੇ ਹਨ ਇਹਨਾਂ ਦੇ ਵਿੱਚ ਵੀਰਤਾ ਨੂੰ, ਸੂਰਮ ਗਤੀ ਨੂੰ ਪੇਸ਼ ਕੀਤਾ ਗਿਆ ਹੈ। ਇਹ ਚੌਥਾ ਵਰਗ ਵੀਰਤਾ ਪ੍ਰਧਾਨ ਕਿੱਸਿਆਂ ਦਾ ਹੈ। ਇਹ ਅਸੀਂ ਗੱਲ ਕਰੀ ਸੀ ਵਿਸ਼ੇ ਦੇ ਆਧਾਰ ਤੇ ਕਿੱਸਿਆਂ ਨੂੰ ਅਸੀਂ ਵੰਡਿਆ ਸੀ 4 ਭਾਗਾਂ ਦੇ ਵਿੱਚ। ਪਹਿਲਾ ਪ੍ਰੀਤ ਕਿੱਸੇ, ਦੂਜਾ ਰੋਮਾਂਟਿਕ ਕਿੱਸੇ, ਤੀਜਾ ਸਦਾਚਾਰਕ ਕਿੱਸੇ ਤੇ ਚੌਥਾ ਹੈ ਜਿਹੜੇ ਵੀਰਤਾ ਪ੍ਰਧਾਨ ਕਿੱਸੇ। ਹੁਣ ਅਸੀਂ ਕਿੱਸੇ ਦੀ ਵਰਗ ਵੰਡ ਕਰਦੇ ਹਾਂ ਸੋਮਿਆਂ ਦੇ ਆਧਾਰ ਤੇ, ਭਾਵ ਉਹਨਾਂ ਦਾ ਸੋਮਾ ਕੀ ਹੈ, ਉਹਨਾਂ ਦੀ ਜਿਹੜੀ ਕਥਾ ਵਸਤੂ ਲਈ ਗਈ ਹੈ ਉਹਦਾ ਸਰੋਤ ਕੀ ਹੈ। ਜਿਹੜੀ ਉਸ ਦੇ ਵਿੱਚ ਕਥਾ ਵਸਤੂ ਪੇਸ਼ ਕੀਤੀ ਗਈ ਹੈ ਕਿੱਸੇ ਦੇ ਵਿੱਚ, ਉਹ ਕਹਾਣੀ ਲਈ ਕਿੱਥੋਂ ਗਈ ਹੈ, ਉਸ ਦੀ ਗੱਲ ਕਰਦੇ ਹੋਏ ਅਸੀਂ ਕਿੱਸੇ ਦੀ ਵਰਗ ਵੰਡ ਕਰਦੇ ਹਾਂ। ਪਹਿਲੇ ਤਾਂ ਉਹ ਕਿੱਸੇ ਹਨ ਪੰਜਾਬੀ ਕਿੱਸੇ, ਜਿਨ੍ਹਾਂ ਦੀ ਕਥਾ ਕਹਾਣੀ ਹੈ ਜਿਹੜੀ ਉਹ ਪੰਜਾਬ ਤੋਂ ਸੰਬੰਧਿਤ ਹੈ। ਉਹ ਕਿਹੜੇ ਕਿਹੜੇ ਹਨ? ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ ਤੇ ਸੱਸੀ ਪੁੰਨੂ। ਇਹਨਾਂ ਦੀ ਜਿਹੜੀ ਕਹਾਣੀ ਹੈ ਉਹ ਪੰਜਾਬ ਦੇ ਨਾਲ ਸੰਬੰਧਿਤ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਇਸ ਨੂੰ ਅਸੀਂ ਪੰਜਾਬੀ ਕਿੱਸੇ ਦੇ ਵਿੱਚ ਰੱਖਦੇ ਹਾਂ। ਦੂਜੇ ਉਹ ਹਨ ਜਿਨ੍ਹਾਂ ਦੀ ਕਹਾਣੀ ਵਿਦੇਸ਼ੀ ਹੈ, ਭਾਵ ਭਾਰਤ ਦੀ ਧਰਤੀ ਦੀ, ਹਿੰਦੁਸਤਾਨ ਦੀ ਧਰਤੀ ਦੀ ਨਹੀਂ ਹੈ, ਉਸ ਨੂੰ ਅਸੀਂ ਵਿਦੇਸ਼ੀ ਕਿੱਸਿਆਂ ਦੇ ਵਿੱਚ ਰੱਖਿਆ ਹੈ। ਉਹ ਕਿਹੜੇ ਕਿਹੜੇ ਆ ਗਏ ਫਿਰ? ਯੂਸਫ ਜ਼ੁਲੇਖਾਂ, ਸ਼ੀਰੀਂ ਫਰਹਾਦ, ਸੈਫੁਲ ਮਲੂਕ ਤੇ ਸ਼ਾਹ ਬਹਿਰਾਮ। ਇਹਨਾਂ ਦੀ ਜਿਹੜੀ ਕਥਾ ਕਹਾਣੀ ਹੈ, ਕਥਾ ਵਸਤੂ ਹੈ, ਉਹ ਵਿਦੇਸ਼ ਤੋਂ ਸੰਬੰਧਿਤ ਹੈ, ਤਾਂ ਅਸੀਂ ਇਹਨਾਂ ਨੂੰ ਵਿਦੇਸ਼ੀ ਕਿੱਸਿਆਂ ਦੇ ਵਿੱਚ ਰੱਖਦੇ ਹਾਂ। ਤੀਜੇ ਕਿੱਸੇ ਹਨ ਭਾਰਤੀ ਕਿੱਸੇ, ਜਿਨ੍ਹਾਂ ਦਾ ਸੰਬੰਧ, ਜਿਨ੍ਹਾਂ ਦੀ ਕਥਾ ਕਹਾਣੀ ਦਾ, ਪ੍ਰੀਤ ਕਹਾਣੀ ਦਾ ਸੰਬੰਧ ਹੈ ਜਿਹੜਾ ਭਾਰਤ ਦੇ ਨਾਲ ਸੰਬੰਧ ਹੈ, ਭਾਰਤ ਦੇਸ਼ ਦੇ ਨਾਲ ਸੰਬੰਧ ਹੈ। ਉਹਨਾਂ ਦੇ ਵਿੱਚ ਪੂਰਨ ਭਗਤ ਆ ਗਿਆ, ਰਾਜਾ ਰਸਾਲੂ ਆ ਗਿਆ, ਨਲ ਦਮਯੰਤੀ, ਭਰਥਰੀ ਹਰੀ। ਇਹ ਜਿਹੜੇ ਕਿੱਸੇ ਹਨ ਇਹਨਾਂ ਦਾ ਸੰਬੰਧ ਅਸੀਂ ਭਾਰਤੀ ਕਿੱਸੇ ਦੇ ਨਾਲ ਜੋੜਿਆ ਹੈ, ਭਾਵ ਇਹਨਾਂ ਦੀ ਕਥਾ ਵਸਤੂ ਹੈ ਜਿਹੜੀ ਉਹ ਭਾਰਤ ਦੇ ਨਾਲ ਜੁੜੀ ਹੋਈ ਹੈ। ਤੇ ਚੌਥਾ ਵਰਗ ਸਾਡੇ ਕੋਲ ਹੈ ਸਥਾਨਕ ਕਿੱਸਿਆਂ ਦਾ। ਤੇ ਸਥਾਨਕ ਕਿੱਸੇ ਜਿਨ੍ਹਾਂ ਨੂੰ ਖੇਤਰੀ ਕਿੱਸੇ ਵੀ ਕਹਿ ਲਿਆ ਜਾਂਦਾ ਹੈ, ਭਾਵ ਇਹ ਜਿਹੜੀਆਂ ਕਥਾਵਾਂ ਹਨ ਇੱਕ ਖੇਤਰ ਵਿਸ਼ੇਸ਼ ਦੇ ਵਿੱਚ, ਇੱਕ ਸਥਾਨ ਵਿਸ਼ੇਸ਼ ਦੇ ਵਿੱਚ ਹੀ ਪ੍ਰਸਿੱਧ ਰਹੀਆਂ, ਬਾਹਰ ਉਹਨਾਂ ਦਾ ਫੈਲਾਵ ਨਹੀਂ ਹੋਇਆ ਤੇ ਉਹ ਇੱਕ ਖੇਤਰ ਦੇ ਨਾਲ ਜੁੜ ਕੇ ਹੀ ਰਹਿ ਗਈਆਂ। ਉਹ ਕਿਹੜੇ ਕਿੱਸੇ ਹਨ? ਦੁੱਲਾ ਭੱਟੀ ਦਾ ਹੈ, ਜੱਗਾ ਡਾਕੂ, ਸੁੱਚਾ ਸੂਰਮਾ, ਜਿਉਣਾ ਮੋੜ। ਇਹ ਜਿਹੜੀਆਂ ਕਥਾਵਾਂ ਹਨ, ਇਹ ਕਿੱਸੇ ਹਨ, ਇੱਕ ਖੇਤਰ ਵਿਸ਼ੇਸ਼ ਦੇ ਨਾਲ ਹੀ ਜੁੜ ਕੇ ਰਹਿ ਗਏ। ਉਹਨਾਂ ਦਾ ਦਾਇਰਾ ਬਹੁਤ ਛੋਟਾ ਰਿਹਾ, ਬਹੁਤ ਜ਼ਿਆਦਾ ਫੈਲਾਵ ਨਹੀਂ ਹੋਇਆ, ਤਾਂ ਕਰਕੇ ਇਹਨਾਂ ਨੂੰ ਅਸੀਂ ਸਥਾਨਕ ਜਾਂ ਖੇਤਰੀ ਕਿੱਸੇ ਕਹਿ ਲੈਂਦੇ ਹਾਂ। ਇੱਥੇ ਹੁਣ ਅਸੀਂ ਜਿਹੜੀ ਵੰਡ ਹੈ ਸੋਮਾ ਜਾਂ ਸਰੋਤ ਦੇ ਆਧਾਰ ਤੇ ਕੀਤੀ ਸੀ ਕਿ ਉਹਦੀ ਜਿਹੜੀ ਕਥਾ ਹੈ ਮੇਨ, ਜਿਹੜੀ ਕਾਵ ਦੇ ਰੂਪ ਦੇ ਵਿੱਚ, ਕਿੱਸੇ ਦੇ ਰੂਪ ਦੇ ਵਿੱਚ ਇੱਥੇ ਪੇਸ਼ ਕੀਤੀ ਗਈ, ਉਹਦਾ ਸਰੋਤ ਕੀ ਹੈ, ਉਹ ਲਈ ਕਿੱਥੋਂ ਗਈ ਹੈ। ਜਿਨ੍ਹਾਂ ਦੀ ਕਥਾ ਕਹਾਣੀ ਪੰਜਾਬ ਤੋਂ ਸੰਬੰਧਿਤ ਉਹਨਾਂ ਨੂੰ ਅਸੀਂ ਪੰਜਾਬੀ ਕਿੱਸੇ ਕਹਿ ਲਿਆ, ਜਿਨ੍ਹਾਂ ਦਾ ਸੰਬੰਧ ਵਿਦੇਸ਼ ਨਾਲ ਸੀ ਉਹਨਾਂ ਨੂੰ ਅਸੀਂ ਵਿਦੇਸ਼ੀ ਕਿੱਸੇ ਕਹਿ ਲਿਆ, ਤੇ ਜਿਨ੍ਹਾਂ ਦਾ ਸੰਬੰਧ ਪੂਰੇ ਭਾਰਤ ਦੇਸ਼ ਨਾਲ ਰਿਹਾ ਉਹਨਾਂ ਨੂੰ ਅਸੀਂ ਭਾਰਤੀ ਕਿੱਸੇ ਕਹਿ ਲਿਆ, ਤੇ ਜਿਨ੍ਹਾਂ ਦਾ ਸੰਬੰਧ ਇੱਕ ਖੇਤਰ ਵਿਸ਼ੇਸ਼ ਦੇ ਨਾਲ ਹੀ ਜੁੜ ਕੇ ਰਹਿ ਗਿਆ ਉਹਨਾਂ ਨੂੰ ਅਸੀਂ ਖੇਤਰੀ ਕਿੱਸੇ ਜਾਂ ਸਥਾਨਕ ਕਿੱਸੇ ਕਿਹਾ। ਤਾਂ ਇਹ ਵੰਡ ਸੀਗੀ ਸੋਮੇ ਦੇ ਆਧਾਰ ਤੇ। ਪਹਿਲਾਂ ਵਾਲੀ ਜਿਹੜੀ ਵੰਡ ਕੀਤੀ ਸੀ ਅਸੀਂ, ਉਹ ਵੰਡ ਸੀਗੀ ਵਿਸ਼ੇ ਦੇ ਆਧਾਰ ਤੇ। ਤਾਂ ਅਸੀਂ ਧਿਆਨ ਇਹ ਰੱਖਣਾ ਹੈ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿ ਸਾਡੇ ਤੋਂ ਪੁੱਛਿਆ ਕੀ ਗਿਆ ਹੈ। ਜੇ ਸਾਨੂੰ ਵਿਸ਼ਾ ਆਧਾਰਿਤ ਵੰਡ ਕਰਨ ਲਈ ਕਿਹਾ ਗਿਆ ਹੈ
ਤਾਂ ਅਸੀਂ ਵਿਸ਼ੇ ਦੇ ਆਧਾਰ ਤੇ ਉੱਤਰ ਦੇਣਾ ਹੈ, ਤੇ ਜੇ ਸਾਨੂੰ ਸਮੇਂ ਦੇ ਆਧਾਰ ਤੇ, ਸਰੋਤ ਦੇ ਆਧਾਰ ਤੇ, ਪਿਛੋਕੜ ਦੇ ਆਧਾਰ ਤੇ ਸਾਨੂੰ ਪੁੱਛਿਆ ਗਿਆ ਹੈ ਤਾਂ ਅਸੀਂ ਉੱਤਰ ਇਸ ਪ੍ਰਕਾਰ ਦੇ ਨਾਲ ਦੇਣਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿੱਸੇ ਦੇ ਤੱਤਾਂ ਦੀ। ਤਾਂ ਕਿੱਸੇ ਦੇ 6 ਤੱਤ ਹੁੰਦੇ ਹਨ ਆਮ ਤੌਰ ਤੇ, ਤੇ 6 ਦੇ ਵਿੱਚੋਂ ਪਹਿਲਾ ਤੱਤ ਹੈ ਜਿਹੜਾ ਉਹ ਕਥਾਨਕ ਹੈ। ਤੇ ਕਥਾਨਕ ਦੇ ਵਿੱਚ ਕਿਸੇ ਨਾ ਕਿਸੇ ਯਥਾਰਥਕ, ਕਲਪਿਤ ਜਾਂ ਲੋਕ ਪ੍ਰਚਲਿਤ ਕਥਾ ਨੂੰ ਪੇਸ਼ ਕੀਤਾ ਜਾਂਦਾ ਹੈ। ਯਥਾਰਥਕ ਮਤਲਬ ਜੋ ਯਥਾਰਥ ਦੇ ਵਿੱਚ ਹੋਵੇ, ਜੋ ਸੱਚ ਦੇ ਵਿੱਚ ਹੋਵੇ, ਜੋ ਜੀਵਨ ਦੇ ਵਿੱਚ ਵਾਪਰੀ ਹੋਵੇ। ਕਲਪਿਤ ਜੋ ਕਵੀ ਦੀ, ਕਿੱਸਾਕਾਰ ਦੀ ਕਲਪਨਾ ਦੇ ਅਨੁਸਾਰ ਲਿਖੀ ਗਈ ਹੋਵੇ। ਤੇ ਲੋਕ ਪ੍ਰਚਲਿਤ ਉਹ ਹੁੰਦੀ ਹੈ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਈ ਹੋਵੇ। ਕਿਸੇ ਨਾ ਕਿਸੇ ਇਸ ਪ੍ਰਕਾਰ ਦੀ ਕਥਾ ਨੂੰ ਕਿੱਸੇ ਦੇ ਵਿੱਚ ਕਾਵਿ ਰੂਪ ਦੇ ਵਿੱਚ, ਕਵਿਤਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਹੁੰਦੀ ਹੈ ਮੰਗਲਾਚਰਨ ਤੋਂ। ਮੰਗਲਾਚਰਨ ਨੂੰ ਹਮਦ ਵੀ ਕਹਿ ਲਿਆ ਜਾਂਦਾ ਹੈ। ਜਿਵੇਂ ਕਿ ਆਮ ਹੀ ਇਹ ਰਿਵਾਜ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਈਸ਼ਟ, ਦੇਵੀ ਦੇਵਤਾ, ਪਰਮਾਤਮਾ ਦਾ ਨਾਮ ਲੈਂਦੇ ਹਾਂ ਕਿ ਉਹ ਕੰਮ ਸਫਲ ਹੋਵੇ। ਇਸੇ ਤਰੀਕੇ ਨਾਲ ਕਿੱਸਾਕਾਰ ਵੀ ਆਪਣੇ ਕਿੱਸੇ ਦੀ ਸ਼ੁਰੂਆਤ ਕਰਨ ਲੱਗਿਆਂ ਆਪਣੇ ਈਸ਼ਟ, ਦੇਵੀ ਦੇਵਤਾ ਦੀ ਆਰਾਧਨਾ ਕਰਦਾ ਹੈ ਤੇ ਆਪਣੇ ਕਿੱਸੇ ਦੀ ਸਫਲਤਾ ਦੀ ਮੰਗ ਕਰਦਾ ਹੈ। ਤਾਂ ਮੰਗਲਾਚਰਨ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਨਾਇਕ ਨਾਇਕਾ ਦਾ ਜਨਮ ਤੋਂ ਮੌਤ ਤੱਕ ਦੀਆਂ ਘਟਨਾਵਾਂ ਦਾ ਬਿਆਨ ਕਰਦਾ ਹੋਇਆ ਕਵੀ ਅੱਗੇ ਵੱਧਦਾ ਜਾਂਦਾ ਹੈ। ਉਹਨਾਂ ਦੀਆਂ ਪ੍ਰੇਮ ਜੋ ਸੰਬੰਧ ਹੁੰਦੇ ਹੈ ਉਹਨਾਂ ਦੀ ਪੇਸ਼ਕਾਰੀ ਕਰਦਾ ਹੈ। ਦੂਜਾ ਤੱਤ ਹੈ ਕਿੱਸੇ ਦਾ ਚਰਿੱਤਰ ਚਿੱਤਰਣ। ਮਨੁੱਖੀ ਪਾਤਰਾਂ ਦੇ ਨਾਲ ਪਰਾ ਸਰੀਰਕ ਪਾਤਰਾਂ ਦੀ ਵੀ ਹੋਂਦ ਸਵੀਕਾਰੀ ਜਾਂਦੀ ਹੈ। ਮਨੁੱਖੀ ਪਾਤਰ ਤਾਂ ਹੁੰਦੇ ਹੀ ਹੁੰਦੇ ਹਨ ਕਿ ਜਿਵੇਂ ਕਿੱਸੇ ਦਾ ਨਾਇਕ ਤੇ ਨਾਇਕਾ ਹੁੰਦੇ ਹਨ। ਨਾਇਕ ਹੋ ਗਿਆ ਤੇ ਨਾਇਕਾ ਹੋ ਗਈ, ਇਹ ਤਾਂ ਉਸਦੇ ਪਾਤਰ ਹੈ ਹੀ ਹੈ ਹਨ। ਇਸ ਤੋਂ ਇਲਾਵਾ ਖਲਨਾਇਕ ਪਾਤਰ ਵੀ ਹੁੰਦਾ ਹੈ। ਨਾਲ ਹੀ ਨਾਲ ਪਰਾ ਸਰੀਰਕ ਪਾਤਰ। ਪਰਾ ਸਰੀਰਕ ਤੋਂ ਮਤਲਬ ਹੈ ਜੋ ਸਰੀਰ ਤੋਂ ਪਰੇ ਹਨ, ਜਿਨ੍ਹਾਂ ਦਾ ਕੋਈ ਸਰੀਰ ਨਹੀਂ ਹੁੰਦਾ, ਸਰੀਰ ਤੋਂ ਪਰੇ ਉਹ ਪਾਤਰ ਕਿਹੜੇ ਹੁੰਦੇ ਹਨ? ਜਿਵੇਂ ਭੂਤ ਹੋ ਗਏ, ਪਰੀਆਂ ਹੋ ਗਈਆਂ, ਜਿੰਨ ਹੋ ਗਏ, ਪੀਰ ਹੋ ਗਏ 5। ਇਹਨਾਂ ਦਾ ਕੋਈ ਸਰੀਰ ਨਹੀਂ ਹੈ, ਇਹ ਪਰਾ ਸਰੀਰਕ ਪਾਤਰ ਹਨ। ਇਹਨਾਂ ਦੀ ਪੇਸ਼ਕਾਰੀ ਵੀ ਕਿੱਸਿਆਂ ਦੇ ਵਿੱਚ ਕੀਤੀ ਗਈ ਹੈ, ਇਹਨਾਂ ਦੀ ਹੋਂਦ ਵੀ ਸਵੀਕਾਰੀ ਗਈ ਹੈ। ਨਾਇਕ ਜਾਂ ਨਾਇਕਾ ਵਿੱਚੋਂ ਦੋਵਾਂ ਦਾ ਸੰਬੰਧ ਉੱਚ ਸ਼੍ਰੇਣੀ ਦੇ ਨਾਲ ਹੁੰਦਾ ਹੈ, ਪਰ ਪ੍ਰਸਥਿਤੀਆਂ ਦੇ ਵੱਸ ਆ ਕੇ ਕੋਈ ਇੱਕ ਨਾ ਇੱਕ ਕਿਸੇ ਨੀਵੀਂ ਸ਼੍ਰੇਣੀ ਦੇ ਵਿੱਚ ਦਾਖਲ ਹੋ ਜਾਂਦਾ ਹੈ। ਤੇ ਕਿੱਸਿਆਂ ਦੇ ਵਿੱਚ ਨਾਇਕ ਨਾਇਕਾਵਾਂ ਨੂੰ ਉਹਨਾਂ ਦੇ ਮੁਕਾਬਲੇ ਦੇ ਨਾਇਕ ਦੇ ਮੁਕਾਬਲੇ ਦੇ ਵਿੱਚ ਨਾਇਕਾਵਾਂ ਨੂੰ ਵਧੇਰੇ ਮੁਖਰ ਦਿਖਾਇਆ ਗਿਆ ਹੈ, ਮਤਲਬ ਮੂੰਹ ਫੱਟ ਦਿਖਾਇਆ ਗਿਆ ਹੈ। ਉਹ ਆਪਣੇ ਪਿਆਰ ਦੇ ਰਾਹ ਵਿੱਚ ਰੁਕਾਵਟਾਂ ਤੋਂ ਬੇਪਰਵਾਹ ਉਹਨਾਂ ਦਾ ਡਟ ਕੇ ਸਾਹਮਣਾ ਕਰਦੀਆਂ ਹਨ। ਭਾਵ ਕਿੱਸਿਆਂ ਦੇ ਵਿੱਚ ਜਿਹੜੀਆਂ ਨਾਇਕਾਵਾਂ ਹਨ ਉਹਨਾਂ ਨੂੰ ਵਧੇਰੇ ਮੁਖਰ ਦਿਖਾਇਆ ਗਿਆ ਹੈ, ਉਹਨਾਂ ਨੂੰ ਵਧੇਰੇ ਮੂੰਹ ਫੱਟ ਦਿਖਾਇਆ ਗਿਆ ਹੈ। ਉਹ ਸਮਾਜ ਦਾ ਵਧੇਰੇ ਵਿਰੋਧ ਕਰਦੀਆਂ ਹਨ ਨਾਇਕ ਦੀ ਤੁਲਨਾ ਦੇ ਵਿੱਚ। ਇਹ ਹੈ ਉਹਨਾਂ ਦਾ ਚਰਿੱਤਰ ਚਿੱਤਰਣ। ਇਸ ਤੋਂ ਇਲਾਵਾ ਨਾਇਕ ਨਾਇਕਾ ਦੀ ਸੁੰਦਰਤਾ ਦਾ ਚਿੱਤਰਣ ਵੀ ਪਾਤਰ ਚਿੱਤਰਣ ਦੇ ਅਧੀਨ ਕੀਤਾ ਜਾਂਦਾ ਹੈ। ਜਿਵੇਂ ਵਾਰਿਸ ਸ਼ਾਹ ਨੇ ਜਿਹੜਾ ਹੀਰ ਦਾ ਪਾਤਰ ਚਿੱਤਰਣ ਇਸ ਪ੍ਰਕਾਰ ਨਾਲ ਕੀਤਾ ਹੈ। ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸਿਉ ਵਲੈਤੀ ਸਾਰ ਵਿੱਚੋਂ, ਦੰਦ ਚੰਬੇ ਦੀ ਲੜੀ ਕੀ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ। ਇਹ ਹੀਰ ਦੇ ਹੁਸਨ ਦਾ ਬਿਆਨ ਕਰਦਾ ਹੋਇਆ ਸ਼ਿੰਗਾਰ ਰਸ ਦੇ ਅਧੀਨ ਕਵੀ ਨੇ ਉਸ ਦਾ ਚਰਿੱਤਰ ਚਿੱਤਰਣ ਕੀਤਾ ਹੈ, ਪਾਤਰ ਚਿੱਤਰਣ ਕੀਤਾ ਹੈ, ਸੁੰਦਰਤਾ ਦਾ ਵਰਣਨ ਕੀਤਾ ਹੈ, ਜੋ ਕਿ ਸ਼ਿੰਗਾਰ ਰਸ ਦਾ ਉਦਾਹਰਨ ਹੈ। ਅਗਲਾ ਤੱਤ ਹੈ ਜਿਹੜਾ ਉਹ ਵਾਤਾਵਰਣ ਹੈ। ਵਾਤਾਵਰਣ ਤੋਂ ਭਾਵ ਹੈ ਦੇਸ ਕਾਲ। ਉਸ ਰਚਨਾ ਦਾ ਜੋ ਰਚਨਾ ਕਾਲ ਹੈ ਉਸ ਦੇ ਵਿੱਚ ਜਿਹੜੀਆਂ ਪਰਿਸਥਿਤੀਆਂ ਹਨ ਉਸ ਸਮੇਂ ਦੀਆਂ, ਉਸ ਸਮੇਂ ਦਾ ਸਮਾਜਿਕ ਜੋ ਯਥਾਰਥ ਹੈ ਉਸ ਦੀ ਪੇਸ਼ਕਾਰੀ ਵਾਤਾਵਰਣ ਦੇ ਅਧੀਨ ਕੀਤੀ ਗਈ ਹੈ। ਇਸ ਨੂੰ ਅਸੀਂ ਦੇਸ ਕਾਲ ਜਾਂ ਵਾਤਾਵਰਣ ਕਹਿੰਦੇ ਹਾਂ। ਕਿੱਸਿਆਂ ਦੇ ਵਿੱਚੋਂ ਸਾਨੂੰ ਉਸ ਸਮੇਂ ਦਾ ਜਿਹੜਾ ਸਮਾਜ ਹੈ, ਉਸ ਸਮੇਂ ਦੇ ਰਾਜਨੀਤਿਕ ਪ੍ਰਬੰਧ ਹਨ, ਉਸ ਸਮੇਂ ਦੀ ਆਰਥਿਕ ਸਥਿਤੀਆਂ, ਸੱਭਿਆਚਾਰਕ ਅਤੇ ਭੂਗੋਲਿਕ ਸਥਿਤੀ ਦੇ ਵੇਰਵੇ ਜਿਹੜੇ ਉਸ ਕਿੱਸੇ ਦੇ ਵਿੱਚੋਂ ਸਾਨੂੰ ਮਿਲਦੇ ਹਨ। ਇਹ ਵਾਤਾਵਰਣ ਦੇ ਅਧੀਨ ਹੀ ਆਉਂਦਾ ਹੈ। ਭਾਵ ਕਿ ਜਿਸ ਸਮੇਂ ਉਹ ਕਿੱਸਾ ਰਚਿਆ ਗਿਆ ਉਸ ਸਮੇਂ ਦਾ ਸਮਾਜ ਕਿਹੋ ਜਿਹਾ ਸੀ, ਉਸ ਸਮੇਂ ਦਾ ਜਿਹੜਾ ਉਹਦੀ ਅਰਥ ਵਿਵਸਥਾ ਸੀ, ਰਾਜਨੀਤਿਕ ਵਿਵਸਥਾ ਸੀ, ਸੱਭਿਆਚਾਰਕ ਸਥਿਤੀਆਂ ਕਿਹੋ ਜਿਹੀਆਂ ਸੀ, ਭੂਗੋਲਿਕ ਹਾਲਤ ਕਿਹੋ ਜਿਹੀ ਸੀ, ਸਾਨੂੰ ਉਸ ਸਮੇਂ ਦੇ ਦਰਿਆਵਾਂ ਦੀ, ਉਸ ਸਮੇਂ ਦੇ ਜਿਹੜਾ ਹਾਲਾਤ ਹਨ ਉਹਨਾਂ ਦੀ ਜਾਣਕਾਰੀ ਇਹਨਾਂ ਤੋਂ ਹੀ ਮਿਲਦੀ ਹੈ। ਇਸ ਤੋਂ ਇਲਾਵਾ ਸਾਨੂੰ ਉਸ ਸਮੇਂ ਦੇ ਰੀਤ
ਰੀਤਾਂ ਤੇ ਰਸਮਾਂ, ਜੰਗਾਂ ਯੁੱਧਾਂ, ਉਦੋਂ ਨਗਰ ਕਿਹੜੇ ਵਸੇ ਹੋਏ ਸਨ, ਵਿਆਹ ਸ਼ਾਦੀਆਂ, ਪਹਾੜਾਂ ਦਰਿਆਵਾਂ, ਪ੍ਰਾਕ੍ਰਿਤਿਕ ਵੇਰਵਿਆਂ ਨਾਲ ਵੀ ਇਸ ਦੀ ਜਾਣਕਾਰੀ ਸਾਨੂੰ ਦੇਸ਼ ਕਾਲ ਤੋਂ ਹੀ ਮਿਲਦੀ ਹੈ। ਅਗਲਾ ਤੱਤ ਹੈ ਸੰਵਾਦ ਜਾਂ ਵਾਰਤਾਲਾਪ। ਸੰਵਾਦ ਨੂੰ ਸਮਝਣ ਵਾਸਤੇ ਅਸੀਂ ਇੱਕ ਅੰਗਰੇਜ਼ੀ ਦਾ ਸ਼ਬਦ ਲੈਂਦੇ ਹਾਂ ਡਾਇਲੋਗ। ਡਾਇਲੋਗ ਦਾ ਮਤਲਬ ਹੈ ਗੱਲ ਕਰਨਾ। ਇਸੇ ਤਰੀਕੇ ਦੇ ਨਾਲ ਕਿੱਸਿਆਂ ਦੇ ਵਿੱਚ ਪਾਤਰਾਂ ਦੀ ਕਿੱਸਾਕਾਰ ਨੇ ਸਿੱਧੀ ਗੱਲ ਕਰਵਾ ਕੇ ਉਹਨਾਂ ਦਾ ਸੰਵਾਦ ਕਰਵਾਇਆ ਹੈ। ਜਿਵੇਂ ਹੀਰ ਦਾ ਆਪਣੀ ਮਾਂ ਦੇ ਨਾਲ ਸੰਵਾਦ ਹੈ, ਹੀਰ ਦਾ ਕਾਜੀ ਨਾਲ ਸੰਵਾਦ ਹੈ। ਸਿੱਧੀ ਜਦੋਂ ਆਪਸ ਵਿੱਚ ਉਹਨਾਂ ਨੂੰ ਗੱਲਬਾਤ ਕਰਦੇ ਹੋਏ ਦਿਖਾਇਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਸੰਵਾਦ ਕਹਿੰਦੇ ਹਾਂ। ਤਾਂ ਸੰਵਾਦ ਦਾ ਕੀ ਕੰਮ ਹੈ? ਸੰਵਾਦ ਨਾਲ ਨਾਟਕੀਅਤਾ ਆਉਂਦੀ ਹੈ, ਨਾਟਕ ਰੂਪ ਧਾਰਨ ਕਰ ਜਾਂਦਾ ਹੈ ਉਹ ਜਿਹੜਾ ਕਿੱਸਾ ਹੁੰਦਾ ਹੈ। ਹੋਰ ਪਾਤਰਾਂ ਦੀਆਂ ਜਿਹੜੀਆਂ ਮਨੋ ਅਵਸਥਾਵਾਂ ਹੁੰਦੀਆਂ ਹਨ, ਉਹਨਾਂ ਦੇ ਮਨ ਦੇ ਹਾਲਾਤ ਹੁੰਦੇ ਹਨ, ਜਦੋਂ ਉਹ ਡਾਇਲੋਗ ਕਰਦੇ ਹਨ, ਇੱਕ ਦੂਜੇ ਨਾਲ ਬੋਲਦੇ ਹਨ, ਸੰਵਾਦ ਕਰਦੇ ਹਨ, ਤਾਂ ਉਹ ਮਨ ਦੀ ਜਿਹੜੀ ਅਵਸਥਾ ਹੈ ਉਹ ਸਾਹਮਣੇ ਆ ਜਾਂਦੀ ਹੈ। ਪਰ ਇਸ ਦਾ ਕੀ ਹੋਣਾ ਜ਼ਰੂਰੀ ਹੈ? ਇਹ ਸੰਵਾਦ ਛੋਟਾ ਹੋਣਾ ਚਾਹੀਦਾ ਹੈ, ਭਾਵਪੂਰਤ ਹੋਣਾ ਚਾਹੀਦਾ ਹੈ। ਭਾਵ ਜੋ ਉਹਨਾਂ ਦੇ ਮਨ ਦੇ ਭਾਵ ਹਨ ਉਹਨਾਂ ਦੀ ਪੂਰਤੀ ਕਰਦੇ ਹੋਏ ਹੋਣੇ ਚਾਹੀਦੇ ਹਨ, ਜਿਸ ਦੇ ਨਾਲ ਇਹ ਬਹੁਤਾ ਪ੍ਰਭਾਵਸ਼ਾਲੀ ਬਣ ਜਾਂਦੇ ਹਨ। ਤਾਂ ਸੰਵਾਦ ਹੈ ਜਿਹੜਾ ਇਹ ਜ਼ਰੂਰੀ ਤੱਤ ਤਾਂ ਨਹੀਂ ਹੈ ਕਿਸੇ ਦਾ, ਪਰ ਜਦੋਂ ਇਸ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਤਾਂ ਕਿੱਸਾ ਹੈ ਜਿਹੜਾ ਉਹ ਵਧੇਰੇ ਪ੍ਰਭਾਵੀ ਬਣ ਜਾਂਦਾ ਹੈ, ਕਿਉਂਕਿ ਉਸ ਦੇ ਨਾਲ ਪਾਤਰਾਂ ਦੀ ਜਿਹੜੀ ਮਨੋਸਥਿਤੀ ਹੁੰਦੀ ਹੈ, ਪਾਤਰ ਦੇ ਆਪਦੀ ਵਾਸਤਵਿਕ ਸਥਿਤੀ ਹੁੰਦੀ ਹੈ ਮਨ ਦੀ, ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਇਸ ਲਈ ਕਿੱਸਾਕਾਰ ਹੈ ਜਿਹੜਾ ਸੰਵਾਦ ਜਾਂ ਵਾਰਤਾਲਾਪ ਦੀ ਵਰਤੋਂ ਕਿੱਸੇ ਦੇ ਵਿੱਚ ਕਰ ਲੈਂਦਾ ਹੈ। ਪੰਜਵਾਂ ਤੱਤ ਹੈ ਛੰਦ ਤੇ ਰਸ ਵਿਧਾਨ। ਪਰਿਭਾਸ਼ਾ ਦੇ ਵਿੱਚ ਹੀ ਪੜ੍ਹ ਲਿਆ ਸੀ ਕਿ ਕਿੱਸਾ ਹੈ ਜਿਹੜਾ ਉਹ ਛੰਦਬੱਧ ਰਚਨਾ ਹੈ, ਭਾਵ ਉਹ ਕਿਸੇ ਨਾ ਕਿਸੇ ਛੰਦ ਦੇ ਵਿੱਚ ਲਿਖੀ ਗਈ ਰਚਨਾ ਹੁੰਦੀ ਹੈ। ਪੰਜਾਬੀ ਦੇ ਸਾਰੇ ਕਿੱਸੇ ਕਿਸੇ ਨਾ ਕਿਸੇ ਛੰਦ ਦੇ ਵਿੱਚ ਲਿਖੇ ਹੋਏ ਹਨ, ਪਰ ਵਾਰਸ਼ਾ ਦਾ ਜਿਹੜਾ ਕਿੱਸਾ ਹੈ ਉਹ ਬੈਂਤ ਛੰਦ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਉਹੀ ਵਧੇਰੇ ਮਕਬੂਲ ਹੋਇਆ ਹੈ। ਬੈਂਤ ਛੰਦ ਬਹੁਤ ਮਕਬੂਲ ਛੰਦ ਹੈ, ਵਧੇਰੇ ਪ੍ਰਸਿੱਧ ਛੰਦ ਹੈ। ਇਸ ਤੋਂ ਇਲਾਵਾ ਜਿਹੜਾ ਦਮੋਦਰ ਦਾ ਕਿੱਸਾ ਹੈ ਉਹ ਦਵਈਆ ਛੰਦ ਦੇ ਵਿੱਚ ਲਿਖਿਆ ਗਿਆ ਹੈ, ਉਹ ਵੀ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਕਿੱਸਾਕਾਰ ਹਨ ਉਹਨਾਂ ਨੇ ਵੀ ਕਈ ਪ੍ਰਕਾਰ ਦੇ ਛੰਦਾਂ ਦੀ ਵਰਤੋਂ ਕੀਤੀ ਹੈ, ਜਿਵੇਂ ਕੋਰੜਾ, ਸਵਈਆ, ਚੌਪਈ, ਕਵਿੱਤ, ਕਾਫੀ, ਵਿਸ਼ਨਪਦੇ, ਕੁੰਡਲੀਆ, ਪਰ ਇਹ ਪ੍ਰਸਿੱਧ ਨਹੀਂ ਹੋਏ। ਵਧੇਰੇ ਪ੍ਰਸਿੱਧ ਜਿਹੜੇ ਹੋਏ ਹਨ ਉਹ ਬੈਂਤ ਅਤੇ ਦਵਈਆ ਹੀ ਹੋਏ ਹਨ। ਇਹ ਛੰਦ ਦੋ। ਹੋਰ ਜਿਹੜੇ ਕਿੱਸੇ ਲਿਖੇ ਗਏ ਹਨ ਹੋਰ ਛੰਦਾਂ ਦੇ ਵਿੱਚ, ਉਹ ਛੰਦ ਪ੍ਰਸਿੱਧ ਇੰਨੇ ਨਹੀਂ ਹੋਏ। ਜਿਹੜਾ ਪੰਜਾਬੀ ਕਿੱਸਿਆਂ ਦਾ ਜਿਹੜਾ ਸ਼ਿਰੋਮਣੀ ਛੰਦ ਹੈ ਉਹ ਬੈਂਤ ਹੈ। ਬੈਂਤ ਅਤੇ ਬੈਂਤ ਦੀ ਵਰਤੋਂ ਵਾਰਿਸ ਸ਼ਾਹ ਨੇ ਇੰਨੀ ਮਕਬੂਲੀਅਤ ਨਾਲ ਕੀਤੀ ਕਿ ਇਹ ਛੰਦ ਹੈ ਜਿਹੜਾ ਵਧੇਰੇ ਪ੍ਰਸਿੱਧ ਹੋ ਗਿਆ, ਵਧੇਰੇ ਲੋਕਾਂ ਦੇ ਵਿੱਚ ਪ੍ਰਸਿੱਧ ਹੋ ਗਿਆ। ਕਿੱਸਿਆਂ ਵਿੱਚ ਸ਼ਿੰਗਾਰ, ਕਰੁਣਾ ਅਤੇ ਵੀਰ ਰਸਾਂ ਦੀ ਪ੍ਰਧਾਨਤਾ ਹੈ। ਹੁਣ ਅਸੀਂ ਰਸ ਦੀ ਗੱਲ ਕਰਦੇ ਹਾਂ। ਅਸੀਂ ਇਸ ਤੋਂ ਪਹਿਲਾਂ ਗੱਲ ਕਰੀ ਸੀਗੀ ਛੰਦ ਦੀ, ਇਹ ਰਸ ਦੀ ਗੱਲ ਕਰ ਰਹੇ ਹਾਂ। ਸ਼ਿੰਗਾਰ ਰਸ ਪ੍ਰਧਾਨ ਹੁੰਦੇ ਆ ਕਿੱਸਿਆਂ ਦੇ ਵਿੱਚ, ਕਿਉਂਕਿ ਪ੍ਰੇਮ ਕਹਾਣੀ ਪੇਸ਼ ਕੀਤੀ ਜਾਂਦੀ ਹੈ ਤਾਂ ਕਿੱਸਿਆਂ ਦੇ ਵਿੱਚ ਜਿਹੜਾ ਪ੍ਰਧਾਨ ਰਸ ਆ ਉਹ ਸ਼ਿੰਗਾਰ ਹੈ। ਪਰ ਉਸ ਤੋਂ ਇਲਾਵਾ ਕਰੁਣਾ ਅਤੇ ਵੀਰ ਰਸਾਂ ਦੀ ਵਰਤੋਂ ਵੀ ਕੀਤੀ ਗਈ ਮਿਲਦੀ ਹੈ ਸਾਨੂੰ, ਕਿਉਂਕਿ ਕਿੱਸੇ ਹੈ ਜਿਹੜੇ ਉਹ ਰੋਮਾਂਸ ਪ੍ਰਧਾਨ ਹਨ, ਤਾਂ ਇਸ ਲਈ ਅਦਭੁਤ ਰਸ ਵੀ ਸਾਨੂੰ ਦੇਖਣ ਨੂੰ ਉੱਥੇ ਮਿਲ ਜਾਂਦਾ ਹੈ। ਰਸਾਂ ਦੇ ਵਿੱਚੋਂ ਸਾਰੇ ਰਸਾਂ ਦੀ ਵਰਤੋਂ ਹੋ ਸਕਦੀ ਹੈ, ਪਰ ਇਹਨਾਂ ਦੇ ਵਿੱਚੋਂ ਪ੍ਰਧਾਨ ਰਸ ਹੈ ਜਿਹੜਾ ਉਹ ਸ਼ਿੰਗਾਰ ਰਸ ਹੀ ਹੈ। ਅਤੇ ਅੰਤਿਮ ਰੂਪ ਦੇ ਵਿੱਚ ਜਿਹੜਾ ਕਿਸੇ ਦੀ ਕਥਾ ਕਹਾਣੀ ਨੂੰ ਉਹ ਆਦਰਸ਼ਵਾਦ ਦੇ ਰੂਪ ਦੇ ਵੱਲ ਜਦੋਂ ਮੋੜ ਦਿੱਤਾ ਜਾਂਦਾ ਹੈ ਤਾਂ ਉੱਥੇ ਫਿਰ ਕਰੁਣ ਰਸ ਪੈਦਾ ਹੁੰਦਾ ਹੈ, ਕਿਉਂਕਿ ਆਦਰਸ਼ਵਾਦ ਦੇ ਨਾਲ ਇੱਕ ਇਹੋ ਜਿਹੀ ਕਹਾਣੀ ਪੇਸ਼ ਕਰਨੀ ਹੁੰਦੀ ਹੈ ਜਿਸ ਤੋਂ ਉਹ ਆਦਰਸ਼ ਰੂਪ ਧਾਰਨ ਕਰ ਸਕੇ। ਤਾਂ ਇਸ ਲਈ ਉਹ ਕਿੱਸਾ ਹੈ ਜਿਹੜਾ ਉਹ ਦੁਖਾਂਤ ਧਾਰਨ ਕਰ ਜਾਂਦਾ ਹੈ। ਦੁਖਾਂਤ ਧਾਰਨ ਕਰਨ ਦੇ ਨਾਲ ਉਸ ਦੇ ਵਿੱਚ ਕਰੁਣ ਰਸ ਹੈ ਜਿਹੜਾ ਉਹ ਆ ਜਾਂਦਾ ਹੈ। ਲਾਸਟ ਜਿਹੜਾ ਇਸ ਦਾ ਤੱਤ ਹੈ, ਆਖਰੀ ਤੱਤ ਹੈ, ਉਹ ਭਾਸ਼ਾ ਅਤੇ ਸ਼ੈਲੀ ਹੈ। ਭਾਸ਼ਾ ਇਸ ਲਈ ਸਰਲ ਹੋਣੀ ਚਾਹੀਦੀ ਹੈ ਕਿਉਂਕਿ ਕਿੱਸਾਕਾਰ ਹੈ ਜਿਹੜਾ ਉਹ ਲੋਕਾਂ ਦਾ ਕਵੀ ਹੈ ਅਤੇ ਉਸ ਦੀ ਜਿਹੜੀ ਰਚਨਾ ਹੈ ਉਹ ਆਮ ਲੋਕਾਂ ਦੇ ਲਈ ਹੈ। ਇਸ ਲਈ ਉਸ ਦੀ ਜਿਹੜੀ ਭਾਸ਼ਾ ਉਹ ਸਰਲ ਹੋਣੀ ਚਾਹੀਦੀ ਹੈ। ਸਰਲ ਹੋਊਗੀ ਤਾਂ ਹੀ ਲੋਕਾਂ ਨੂੰ ਸਮਝ ਆਊਗੀ, ਲੋਕਾਂ ਦੇ ਪੱਧਰ ਦੀ ਹੋਣੀ ਚਾਹੀਦੀ ਹੈ। ਅਤੇ ਪੰਜਾਬੀ ਕਿੱਸਿਆਂ ਵਿੱਚ ਆਮ ਤੌਰ 'ਤੇ ਜਿਹੜੀ ਕੇਂਦਰੀ ਪੰਜਾਬੀ ਦੀ ਵਰਤੋਂ ਹੋਈ ਹੈ, ਪਰ
ਜਿਹੜੇ ਵਧੇਰੇ ਕਿੱਸਾਕਾਰ ਸਨ ਉਹ ਮੁਸਲਮਾਨ ਸਨ, ਇਸ ਲਈ ਅਰਬੀ ਫਾਰਸੀ ਦੀ ਜਿਹੜੀ ਸ਼ਬਦਾਵਲੀ ਵੀ ਆ ਗਈ ਹੈ ਅਤੇ ਅਰਬੀ ਫਾਰਸੀ ਦੀ ਸ਼ਬਦਾਵਲੀ ਤਤਸਮ ਅਤੇ ਤਦਭਵ ਦੋਨਾਂ ਹੀ ਰੂਪਾਂ ਦੇ ਵਿੱਚ ਵਰਤੀ ਗਈ ਹੈ। ਇਹ ਕਵੀ ਦੀ ਭਾਸ਼ਾ ਦੀ ਅਸੀਂ ਗੱਲ ਕਰ ਰਹੇ ਹਾਂ। ਅਤੇ ਮਾਲਵੇ ਦੇ ਜਿਹੜੇ ਕਵੀਸ਼ਰ ਹਨ ਉਹਨਾਂ ਕਿੱਸਿਆਂ ਦੇ ਵਿੱਚ ਮਲਵਈ ਉਪਭਾਸ਼ਾ ਦੀ ਵਰਤੋਂ ਵੀ ਹੋਈ ਹੈ। ਮਾਲਵੇ ਦੇ ਵਿੱਚ ਬਹੁਤ ਸਾਰੀ ਕਵੀਸ਼ਰੀ ਲਿਖੀ ਗਈ, ਚਿੱਠੇ ਲਿਖੇ ਗਏ, ਉਹਨਾਂ ਦੇ ਵਿੱਚ ਮਲਵਈ ਉਪਭਾਸ਼ਾ ਦੀ ਵਰਤੋਂ ਹੋਈ ਹੈ। ਸ਼ੈਲੀ ਹੈ ਜਿਹੜੀ, ਸ਼ੈਲੀ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਹੈ ਵਿਸਤ੍ਰਿਤ, ਜਿਸ ਤੋਂ ਭਾਵ ਹੈ ਕਿ ਬਹੁਤਾ ਵਿਸਤਾਰ ਕਰਕੇ ਦੱਸਣਾ, ਅਤੇ ਦੂਜੀ ਸ਼ੈਲੀ ਹੈ ਸੂਤਰਿਕ ਸ਼ੈਲੀ। ਸੂਤਰਿਕ ਦਾ ਮਤਲਬ ਹੈ ਕਿਸੇ ਗੱਲ ਨੂੰ ਸੂਤਰ ਰੂਪ ਦੇ ਵਿੱਚ ਪੇਸ਼ ਕਰਨਾ। ਤਾਂ ਇਹ ਦੋ ਪ੍ਰਕਾਰ ਦੀ ਸ਼ੈਲੀ ਹੁੰਦੀ ਹੈ। ਇੱਕ ਤਾਂ ਕਿਸੇ ਗੱਲ ਨੂੰ ਬਹੁਤਾ ਵਧਾ ਚੜ੍ਹਾ ਕੇ ਵਿਸਥਾਰ ਕਰਕੇ ਪੇਸ਼ ਕਰਨਾ, ਜਿਸ ਦੀ ਵਰਤੋਂ ਵਾਰਿਸ ਸ਼ਾਹ ਕਰਦਾ ਹੈ। ਵਾਰਿਸ ਸ਼ਾਹ ਨੇ ਆਪਣੇ ਕਿੱਸੇ ਦੇ ਵਿੱਚ ਇੰਨਾ ਵਿਸਥਾਰ ਦਿੱਤਾ ਹੈ ਕਿ ਜਦੋਂ ਉਹ ਕਿਸੇ ਚੀਜ਼ ਦੀ ਜਾਣਕਾਰੀ ਦੇਣ ਲੱਗ ਜਾਂਦਾ ਹੈ ਤਾਂ ਵਾਲ ਦੀ ਖੱਲ ਕੱਢਣ ਤੱਕ ਜਾਂਦਾ ਹੈ। ਇਸ ਨੂੰ ਅਸੀਂ ਵਿਸਤ੍ਰਿਤ ਸ਼ੈਲੀ ਕਹਿੰਦੇ ਹਾਂ। ਇਸ ਦੇ ਉਲਟ ਦੂਜੀ ਸ਼ੈਲੀ ਹੁੰਦੀ ਹੈ ਸੂਤਰਿਕ ਸ਼ੈਲੀ, ਜਿਸ ਦੇ ਵਿੱਚ ਗੱਲ ਨੂੰ ਸੂਤਰ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ ਅਤੇ ਗੱਲ ਨੂੰ ਬਹੁਤ ਹੀ ਸੰਖੇਪ ਦੇ ਵਿੱਚ ਕਿਹਾ ਜਾਂਦਾ ਹੈ। ਜਿਹੜੀ ਵਿਸਤ੍ਰਿਤ ਸ਼ੈਲੀ ਹੈ ਉਸ ਦੀ ਵਰਤੋਂ ਤਾਂ ਕੀਤੀ ਹੈ ਵਾਰਿਸ ਸ਼ਾਹ ਨੇ, ਅਤੇ ਸੂਤਰਿਕ ਸ਼ੈਲੀ ਦੀ ਵਰਤੋਂ ਕੀਤੀ ਹੈ ਦਮੋਦਰ ਨੇ। ਦਮੋਦਰ ਤੋਂ ਲੈ ਕੇ ਹਾਸ਼ਮ ਸ਼ਾਹ ਤੱਕ ਇਹਨਾਂ ਨੇ ਵਰਤੋਂ ਕੀਤੀ ਹੈ। ਹਾਸ਼ਮ ਸ਼ਾਹ ਦੀ ਸ਼ੈਲੀ ਹੈ ਜਿਹੜੀ ਉਹ ਵਧੇਰੇ ਸੂਤਰਿਕ ਹੈ, ਵਧੇਰੇ ਸੰਖੇਪ ਹੈ। ਇਹ ਅਸੀਂ ਗੱਲ ਕਰੀ ਪੰਜਾਬੀ ਕਿੱਸੇ ਦੇ 6 ਤੱਤਾਂ ਦੀ, ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ 6 ਦੇ 6 ਤੱਤ ਸਮਝ ਆ ਗਏ ਹੋਣਗੇ। ਕਿੱਸਿਆਂ ਦੀ ਵਰਗ ਵੰਡ ਕੀਤੀ ਅਸੀਂ ਸੋਮੇ ਦੇ ਆਧਾਰ 'ਤੇ, ਵਿਸ਼ੇ ਦੇ ਆਧਾਰ 'ਤੇ ਕਿੱਸੇ ਨੂੰ ਸਮਝਿਆ। ਮਿਲਦੇ ਹਾਂ ਇੱਕ ਨਵਾਂ ਟੌਪਿਕ ਲੈ ਕੇ, ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ।